वाहिगुरु जी। सतनाम धन वाहिगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। परम सन्मान सत्कारयोग सतगुरां दी साजी नवाजी समूह साध संगत जी, आप बहुत ही वड्डियां भागां वाले हो जो धन धन पूर्ण ब्रह्म ज्ञानी बाबा बुढ़ा साहब जी दी श्राद्धां दी चौथ बरसी दे संबंध दे विच निर्मल तखत तलाब बाबा बुढ़ा साहब धन धन पूर्ण ब्रह्म ज्ञानी बाबा जसवंत सिंह जी उन्हां दा वसाया होया अस्थान। इसे ही अस्थान दे बीबा जसविंदर कौर जी अते बाबा रछपाल सिंह जी मुख सेवादार इस अस्थान की बहुत ही तनदेही दे नाल सेवा निभा रहे ने। दास नूं भी हाज़री भरन दा सुभाग समा प्राप्त होया। आओ बाहर अंदर जिथे जिथे भी बैठे हो, सब तो पहला ये जिहड़ा दरबार है ना बाबा बुढ़ा साहब जी दा, असल दे विच ये रब दा घर है, परमेश्वर दा घर है। ये किस तरह परमेश्वर दा घर है? आप जी कहोगे कि ये दरबार रमदास की धरती दे विच बाबा बुढ़ा जी दे ने, ते आप जी ने कह दिता है कि ये परमेश्वर का घर है, रब का घर है। जिस रब के घर दे विचों हर कोई दात मिलती है, किस तरह हो सकता है? तो इसका जवाब आपां धन धन साहिब श्री गुरु ग्रंथ साहिब पातशाह महाराज जी दे कोलों पुछांगे। ते धन धन गुरु ग्रंथ साहिब पातशाह जी महाराज वचन करते ने, ब्रह्म ज्ञानी को खोजे महेश्वर, नानक ब्रह्म ज्ञानी आप परमेश्वर। शिव जी वर्गे भी इहो जे दरबारां नूं खोजते फिरदे ने, लभदे फिरदे ने कि सानूं भी इहो जे दरबारां दे चरणां दी धूड़ मिले, असीं भी धूड़ नूं प्राप्त करके ते वाहिगुरु अकाल पुरख दे दर घर दियां खुशियां प्राप्त करिए। ये जिहड़े देवी देवते भी ने ना, उस इस देही नूं भी लोचदे ने। इस देही को सिमरै देव, सो देही भज हरि की सेव। क्यों लोचदे ने? कि हरि दे दर घर दा सिमरन किया जाए, परमेश्वर दे दर घर दा सिमरन किया जाए। इस करके ये दरबार जिहड़ा है ये परमेश्वर का दर घर है। बाणी की निगाह दे विच साडी निगाह दे विच होर कोई जो मर्जी कही जाए, क्योंकि आपां बाणी दे प्रमाण लैणे ने। ते बचन नूं समझण दी कोशिश करियो। जदों गुरु ग्रंथ साहिब पातशाह महाराज नूं दशमेश पिता जी ने गुरगद्दी ते विराजमान किया ना,
ਤੇ ਸੰਗਤਾਂ ਨੇ ਪੁੱਛਿਆ, ਮਹਾਰਾਜ ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਹੈ? ਤੇ ਦਸ਼ਮੇਸ਼ ਪਿਤਾ ਜੀ ਨੇ ਆਖਿਆ, ਸਿੱਖਾ ਤੂੰ ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਾ ਸਮਝੀ, ਗੁਰ ਪਰਮੇਸ਼ਰ ਏਕੋ ਜਾਣ। ਤੇ ਆਪ ਜੀ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਅਵਤਾਰ ਗੱਦੀ ਤੇ ਬਿਰਾਜਮਾਨ ਕਲਯੁਗੀ ਜੀਵਾਂ ਨੂੰ ਤਾਰਨ ਹਾਰੇ ਨੂਰੇ ਇਲਾਹੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸੁਭਾਏਮਾਨ ਹੋ। ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਵੀ ਰੱਬ ਦਾ ਦਰਜਾ ਹੈ, ਪਰਮੇਸ਼ਰ ਦਾ ਦਰਜਾ ਹੈ। ਮਹਾਰਾਜ ਨੇ ਬਚਨ ਕੀਤੇ, ਗੁਰ ਪਰਮੇਸ਼ਰ ਏਕੋ ਜਾਣ। ਇੱਕ ਜਗ੍ਹਾ ਤੇ ਖੁੱਲ੍ਹਾ ਹੀ ਮਹਾਰਾਜ ਨੇ ਕਹਿ ਦਿੱਤਾ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਈ। ਇਹ ਰੱਬ ਦਾ ਘਰ ਹੈ, ਪਰਮੇਸ਼ਰ ਦਾ ਘਰ ਹੈ। ਇਸ ਪਰਮੇਸ਼ਰ ਦੇ ਘਰ ਦੀ ਸੇਵਾ ਬਾਬਾ ਰਛਪਾਲ ਸਿੰਘ ਜੀ, ਬੀਬਾ ਜਸਵਿੰਦਰ ਕੌਰ ਜੀ ਬੜੀ ਤਨ ਦੇਹੀ ਦੇ ਨਾਲ ਨਿਭਾ ਰਹੇ ਨੇ। ਸਤਿਗੁਰੂ ਕਿਰਪਾ ਕਰਨ, ਦਾਸ ਨੂੰ ਹਾਜ਼ਰੀ ਭਰਨ ਦਾ ਮੌਕਾ ਮਿਲਿਆ। ਆਓ ਸਭ ਤੋਂ ਪਹਿਲਾਂ ਬਾਹਰ ਅੰਦਰ ਜਿੱਥੇ ਵੀ ਸੰਗਤਾਂ ਬਿਰਾਜਮਾਨ ਹੋ, ਫਤਿਹ ਦਾ ਉਚਾਰਨ ਕਰੋ। ਸਾਰੇ ਜਣੇ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਬਾਰੇ ਬਚਨ ਕਰੀਏ, ਜਿਨ੍ਹਾਂ ਨੇ ਰੱਬ ਦੀ ਦਰਗਾਹ ਦੇ ਵਿੱਚ ਜਿਹੜੇ ਪ੍ਰਵਾਨ ਹੋ ਗਏ, ਜਿਨ੍ਹਾਂ ਨੂੰ ਸਮਾਜ ਨੇ ਠੁਕਰਾਇਆ ਹੋਇਆ ਸੀ। ਕੋਈ ਕਹਿੰਦਾ ਸੀ ਇਹ ਨੀਵੀਂ ਜਾਤ ਦਾ ਪੁਰਖ ਹੈ, ਤੇ ਜਦੋਂ ਪੰਜਵੇਂ ਪਾਤਸ਼ਾਹ ਨੂੰ ਪੁੱਛਿਆ ਗਿਆ ਨਾ, ਤੇ ਪੰਜਵੇਂ ਪਾਤਸ਼ਾਹ ਨੇ ਉਹਨਾਂ ਪੁਰਖਾਂ ਬਾਰੇ ਬਚਨ ਕੀਤਾ। ਮਹਾਰਾਜ ਨੇ ਆਖਿਆ, ਲੋਕ ਕਹਿੰਦੇ ਨੇ ਨਾਮਦੇਵ ਜੀ ਨੂੰ ਕਿ ਇਹ ਅੱਧੀ ਦੰਬੜੀ ਦਾ ਨਾਮਾ ਸ਼ਿੰਬਾ ਹੈ। ਲੋਕ ਕਹਿੰਦੇ ਨੇ ਕਬੀਰ ਸਾਹਿਬ ਨੂੰ ਇਹ ਨੀਚ ਕੁੱਲ ਦੇ ਵਿੱਚ ਜੁਲਾਹਾ ਪੈਦਾ ਹੋਣ ਵਾਲਾ ਹੈ। ਲੋਕ ਕਹਿੰਦੇ ਨੇ ਸੈਣ ਨਾਈ ਜੀ ਨੂੰ ਇਹ ਘਰ ਘਰ ਦੇ ਵਿੱਚ ਬੁੱਤੀਆਂ ਕਰਨ ਵਾਲਾ ਹੈ। ਲੋਕ ਕਹਿੰਦੇ ਨੇ ਭਗਤ ਰਵਿਦਾਸ ਜੀ ਨੂੰ ਇਹ ਮਰੇ ਡੰਗਰ ਢੋਣ ਵਾਲਾ ਹੈ। ਲੋਕ ਕਹਿੰਦੇ ਨੇ ਧੰਨੇ ਜੱਟ ਨੂੰ ਕਿ ਇਹ ਆਮ ਖੇਤੀਬਾੜੀ ਕਰਨ ਵਾਲਾ ਪੁਰਖ ਹੈ। ਇਸ ਨੂੰ ਰੱਬ ਦੇ ਦਰ ਘਰ ਦਾ ਕੋਈ ਪਤਾ ਨਹੀਂ। ਜਦੋਂ ਪੰਜਵੇਂ ਪਾਤਸ਼ਾਹ ਨੂੰ ਸਮੂਹ ਸੰਗਤਾਂ ਨੇ ਪੁੱਛਿਆ, ਤੇ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਉਚਾਰਨ ਕੀਤਾ। ਲੋਕ ਦੀਨ ਦੁਨੀਆ ਦੇ ਲੋਕਾਂ ਨੂੰ ਆਖਿਆ, ਉਹ ਦੁਨੀਆ ਦੇ ਲੋਗੋ ਜਿਨ੍ਹਾਂ ਨੂੰ ਤੁਸੀਂ ਅੱਧੀ ਦਮੜੀ ਦਾ ਆਖਿਆ ਹੈ, ਜਦੋਂ ਅੱਧੀ ਦਮੜੀ ਵਾਲਿਆਂ ਨੇ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਸਾਂਝ ਪਾਈ, ਉਹਦਾ ਨਾਮ ਜਪਿਆ, ਉਹਦੀ ਅਰਾਧਨਾ ਕੀਤੀ, ਉਹਦਾ ਸਿਮਰਨ ਕੀਤਾ, ਉਹਨੂੰ ਹਿਰਦੇ ਦੇ ਵਿੱਚ ਵਸਾਇਆ, ਤੇ ਮਹਾਰਾਜ ਨੇ ਬਚਨ ਕੀਤੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛਿਪਰੋ ਹੋਇਓ ਲਖੀਣਾ। ਗੋਬਿੰਦ ਦਾ ਅਰਥ ਹੈ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਅੱਲਾ ਖੁਦਾ, ਜਿਹਨੂੰ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੇਂ ਗੋਸਈਆ ਕੋਈ ਆਲਾਏ ਦੇ ਨਾਮਾਂ ਦੇ ਨਾਲ ਯਾਦ ਕਰਦੇ ਨੇ, ਪਰ ਉਹ ਹੈ ਇੱਕ। ਜਦੋਂ ਉਸ ਇੱਕ ਦੇ ਨਾਲ ਪ੍ਰੀਤ ਭਗਤ ਨਾਮਦੇਵ ਜੀ ਨੇ ਪਾਈ, ਲੋਕ ਉਹਨਾਂ ਨੂੰ ਅੱਧੀ ਦਮੜੀ ਦਾ ਕਹਿੰਦੇ ਸੀ, ਪਰ ਮਹਾਰਾਜ ਦੀ ਨਿਗਾਹ ਦੇ ਵਿੱਚ ਉਹ ਲੱਖਾਂ ਦਾ ਹੋ ਗਿਆ। ਮਹਾਰਾਜ ਨੇ ਬਚਨ ਕੀਤੇ ਨੇ, ਕਹਿੰਦੇ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛਿਪਰੋ ਹੋਇਓ ਲਖੀਣਾ। ਬੁਣਨਾ ਤਨਣਾ ਤਿਆਗ ਕੈ। ਕਬੀਰ ਸਾਹਿਬ ਜੀ ਆ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਖੱਦਰ ਦਾ ਕੱਪੜਾ ਪਾਇਆ ਕਰਦੇ ਸਨ, ਤੇ ਉਸ ਸਮੇਂ ਇਹ ਖੱਦਰ ਦਾ ਕੱਪੜਾ, ਦਰੀਆਂ ਬੁਣਨ ਦਾ ਕੰਮ, ਖੇਸ ਬੁਣਨ ਦਾ ਕੰਮ ਇਹ ਜੁਲਾਹੇ ਲੋਕ ਕਰਦੇ ਹੁੰਦੇ ਸਨ। ਤੇ ਜੁਲਾਹਿਆਂ ਦੇ ਘਰ ਪੈਦਾ ਹੋਣ ਵਾਲਾ ਬਾਬਾ ਕਬੀਰ, ਜਦੋਂ ਉਹਨਾਂ ਨੇ ਵੀ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਕੀਤਾ, ਲੋਕਾਂ ਨੇ ਜ਼ਰੂਰ ਆਖਿਆ ਵੀ ਜੁਲਾਹਾ ਨੀਵੀਂ ਕੁੱਲ ਦੇ ਵਿੱਚ ਪੈਦਾ ਹੋਣ ਵਾਲਾ ਹੈ, ਪਰ ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਏ, ਉਦੋਂ ਬਚਨ ਕੀਤੇ ਪੰਜਵੇਂ ਪਾਤਸ਼ਾਹ ਨੇ, ਕਹਿਣ ਲੱਗੇ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਹਰਾ ਭਇਓ ਗੁਣੀ ਗਹੀਰਾ। ਉਹ ਦੁਨੀਆ ਦੇ ਲੋਗੋ ਜਿਹਨੂੰ ਤੁਸੀਂ ਨੀਚ ਕੁੱਲ ਦੇ ਵਿੱਚ ਪੈਦਾ ਹੋਣ ਵਾਲਾ ਜੁਲਾਹਿਆ ਕਹਿੰਦੇ ਹੋ,
ਉਹ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪ੍ਰਵਾਨ ਚੜ੍ਹ ਗਿਆ। ਉਹ ਹੁਣ ਨੀਵੀਂ ਕੁੱਲ ਵਾਲਾ ਨਹੀਂ ਰਿਹਾ। ਜਿਸ ਨੀਚ ਕੋ ਕੋਈ ਨਾ ਜਾਣੈ, ਬਾਣੀ ਦੇ ਬਚਨ ਨੇ ਨਾਮ ਜਪਤੋ ਚਹੁ ਕੁੰਟ ਮਾਨੈ। ਉਹਦਾ ਨਾਮ ਤੇ ਹੁਣ ਚਹੁ ਕੁੰਟਾਂ ਦੇ ਵਿੱਚ ਜਾਣਿਆ ਜਾਣ ਲੱਗ ਪਿਆ ਹੈ। ਹੁਣ ਤੀਸਰਾ ਬਚਨ ਹੈ ਸੈਣ ਨਾਈ। ਲੋਕਾਂ ਨੇ ਆਖਿਆ ਇਹ ਘਰਾਂ ਘਰਾਂ ਦੇ ਵਿੱਚ ਬੁੱਤੀਆਂ ਕਰਨ ਵਾਲਾ ਸੈਣ ਨਾਈ ਹੈ, ਘਰਾਂ ਘਰਾਂ ਦੇ ਵਿੱਚ ਸੁਨੇਹੇ ਦੇਣ ਵਾਲਾ ਹੈ, ਮੁੱਠੀ ਚਾਪੀ ਕਰਨ ਵਾਲਾ ਹੈ, ਲੋਕਾਂ ਦੇ ਸਿਰ ਮੁੰਨਣ ਵਾਲਾ ਹੈ। ਤੇ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਗਿਆ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਸੈਣ ਨਾਈ ਬੁੱਤਕਾਰੀ ਆ। ਉਹ ਘਰ ਘਰ ਸੁਣਿਆ, ਪਰ ਕਦੋਂ ਸੁਣਿਆ ਗਿਆ? ਜਦੋਂ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਹਿਰਦੇ ਦੇ ਵਿੱਚ ਜਦੋਂ ਵਾਹਿਗੁਰੂ ਅਕਾਲ ਪੁਰਖ ਜੀ ਵਸੇ, ਉਦੋਂ ਗਿਣਤੀ ਭਗਤਾਂ ਦੇ ਵਿੱਚ ਆਈ। ਤੇ ਜਦੋਂ ਭਗਤ ਬਣੇ, ਉਦੋਂ ਸਾਰੇ ਸੰਸਾਰ ਦੇ ਵਿੱਚ ਉਹਨਾਂ ਦਾ ਨਾਮ ਰੋਸ਼ਨ ਹੋ ਗਿਆ। ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਏ। ਤੇ ਹੋਰ ਬਚਨ ਸੁਣਿਓ, ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਕਹਿੰਦੇ ਨੇ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ। ਪ੍ਰੇਮ ਭਗਤ ਰਾਤੀ ਕਰੈ, ਭਲਕੇ ਰਾਜ ਦੁਆਰੈ ਜਾਈ। ਆਏ ਸੰਤ ਪ੍ਰਾਹੁਣੇ, ਕੀਰਤਨ ਹੁਆ ਰਹਿਣ ਸਬਾਈ। ਛੱਡ ਨਾ ਸਾਕੈ ਸੰਤ ਜਨ, ਰਾਜ ਦੁਆਰ ਨਾ ਸੇਵ ਕਮਾਈ। ਇਧਰ ਸਾਧ ਜਨਾਂ ਨੂੰ ਵਿਦਾ ਕਰ, ਰਾਜ ਦੁਆਰ ਗਿਆ ਸ਼ਰਮਾਈ। ਰਾਣੇ ਦੂਰੋਂ ਸੱਦ ਕੇ, ਗਲੋਂ ਪਵਾਏ ਖੋਲ ਪਹਿਨਾਈ। ਵਸ ਕੀਤਾ ਹੁਣ ਤੁਧ ਅੱਜ, ਬੋਲੇ ਰਾਜਾ ਸੁਣੈ ਲੁਕਾਈ। ਪ੍ਰਗਟ ਕਰੈ ਭਗਤ ਵਡਿਆਈ। ਆਓ ਇਹਦੇ ਅੱਖਰੀ ਅਰਥਾਂ ਦੇ ਨਾਲ ਜੁੜੀਏ, ਸਮਾਂ ਤਾਂ ਬਹੁਤ ਥੋੜ੍ਹਾ ਹੈ। ਸੈਣ ਨਾਈ ਜੀ ਬਾਰੇ ਬਚਨ ਕੀਤੇ ਨੇ, ਸੈਣ ਨਾਈ ਬੁੱਤਕਾਰੀਆ। ਉਹ ਘਰ ਘਰ ਸੁਣਿਆ, ਪਰ ਕਦੋਂ ਸੁਣਿਆ ਗਿਆ? ਜਦੋਂ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹਨਾਂ ਨੇ ਕਬੀਰ ਸਾਹਿਬ ਦੇ ਪ੍ਰਤਾਪ ਨੂੰ ਸੁਣਿਆ ਤੇ ਸਾਧੂਆਂ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਪਰਮੇਸ਼ਰ ਦੀ ਬੰਦਗੀ ਸ਼ੁਰੂ ਕਰ ਦਿੱਤੀ, ਇਬਾਦਤ ਕਰਨੀ ਸ਼ੁਰੂ ਕਰ ਦਿੱਤੀ। ਤੇ ਇਹਨਾਂ ਦੇ ਸਮੇਂ ਦੇ ਵਿੱਚ ਇੱਕ ਰਾਜਾ ਹੋਇਆ, ਇਹਨਾਂ ਦੀ ਰਿਆਸਤ ਆਈ। ਉਹਦੀ ਕੰਠ ਦੇ ਵਿੱਚ, ਗਲ ਦੇ ਵਿੱਚ ਫੋੜਾ ਹੋਇਆ ਸੀ। ਉਹਨਾਂ ਨੇ ਹਰ ਇੱਕ ਵੈਦ ਹਕੀਮ ਦੇ ਕੋਲੋਂ ਇਲਾਜ ਕਰਾਇਆ। ਕਿਸੇ ਵੈਦ ਦੇ ਕੋਲੋਂ, ਕਿਸੇ ਹਕੀਮ ਦੇ ਕੋਲੋਂ ਇਹ ਰਾਜਾ ਠੀਕ ਨਹੀਂ ਹੋਇਆ। ਤੇ ਇਹਨਾਂ ਦੇ ਵਜ਼ੀਰ ਨੇ ਇੱਕ ਦਿਨ ਆਖਿਆ, ਇਹਨਾਂ ਦੇ ਦੀਵਾਨ ਨੇ ਇੱਕ ਦਿਨ ਆਖਿਆ ਵੀ ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਯਾਦ ਰੱਖਿਓ, 3 ਲੋਕ ਰਾਤ ਨੂੰ ਨਹੀਂ ਸੌਂਦੇ। ਉਹ ਕਿਹੜੇ ਨੇ? ਸਭ ਤੋਂ ਪਹਿਲਾਂ ਤੇ ਰੋਗੀ ਹੈ, ਜਿਹਨੂੰ ਕਿਸੇ ਕਿਸਮ ਦਾ ਰੋਗ ਲੱਗਾ ਹੋਵੇ, ਕੋਈ ਸੱਟ ਲੱਗੀ ਹੋਵੇ, ਕੋਈ ਸਰੀਰਕ ਰੋਗ ਹੋਵੇ, ਕੋਈ ਹੋਰ ਦੁੱਖ ਹੋਵੇ, ਉਹ ਸਾਰੀ ਰਾਤ ਹਾਏ ਹਾਏ ਕਰਦਿਆਂ ਹੀ ਨਿਗਾ ਦਿੰਦਾ। ਇਸੇ ਤਰ੍ਹਾਂ ਹੀ ਇਹ ਰਾਜਾ ਹੈ, ਇਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਇਹਨੇ ਆਪਣੇ ਆਲਮਾਂ, ਫਾਜ਼ਲਾਂ, ਵਜ਼ੀਰਾਂ, ਦੀਵਾਨਾਂ ਦੇ ਨਾਲ ਸਲਾਹ ਕੀਤੀ ਵੀ ਮੈਨੂੰ ਕੋਈ ਇਹੋ ਜਿਹਾ ਵੈਦ ਦੱਸੋ ਜਿਹੜਾ ਮੇਰਾ ਇਲਾਜ ਕਰੇ, ਮੈਂ ਠੀਕ ਹੋ ਜਾਵਾਂ। ਤੇ ਉਸ ਵੇਲੇ ਸੈਣ ਨਾਈ ਜੀ ਦੀ ਬਹੁਤ ਸੋਭਾ ਹੋਈ ਸੀ। ਪਰਮੇਸ਼ਰ ਦੇ ਪਿਆਰੇ ਸਨ, ਰੱਬ ਦਾ ਨਾਮ ਜਪਦੇ ਸਨ। ਰੋਗੀ ਜਾਗਦੇ ਹਨ, ਦੂਸਰੇ ਚੋਰ ਲੋਕ ਜਾਗਦੇ ਹਨ, ਤੇ ਤੀਸਰੇ ਜਾਗਦੇ ਨੇ ਭਿੰਨੀ ਰੈਨੜੀਐ ਚਮਕਣ ਤਾਰੇ। ਜਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ। ਉਹ ਪਰਮੇਸ਼ਰ ਦੇ ਪਿਆਰੇ ਜਾਗਦੇ ਨੇ। ਤੇ ਜਿਨ੍ਹਾਂ ਦੇ ਵਿੱਚੋਂ ਸੈਣ ਨਾਈ ਜੀ ਰਾਤ ਨੂੰ ਇਬਾਦਤ ਕਰਿਆ ਕਰਦੇ ਸਨ, ਨਾਲ ਰਾਜੇ ਦੀ ਮਲਮ ਪੱਟੀ ਵੀ ਕਰਿਆ ਕਰਦੇ ਸਨ। ਇਹਨਾਂ ਵਜ਼ੀਰਾਂ, ਆਲਮਾਂ, ਫਾਜ਼ਲਾਂ ਨੇ ਆਖਿਆ, ਇਸ ਵੇਲੇ ਸੈਣ ਨਾਈ ਪੂਰਨ ਭਗਤ ਨੇ ਪਰਮੇਸ਼ਰ ਦੇ। ਜੇ ਤੁਹਾਡੀ ਉਹ ਮਲਮ ਪੱਟੀ ਕਰਨ ਤੇ ਤੁਹਾਨੂੰ ਆਰਾਮ ਆ ਸਕਦਾ ਹੈ, ਤੇ ਤੁਸੀਂ ਉਹਨਾਂ ਦੇ ਕੋਲੋਂ ਆਪਣਾ ਇਲਾਜ ਕਰਾਓ। ਨਾਲੇ ਤੁਹਾਨੂੰ ਰੱਬ ਦੇ ਘਰ ਦੀਆਂ ਗੱਲਾਂ ਸੁਣਾਇਆ ਜਾਇਆ ਕਰਨਗੇ, ਤੇ ਨਾਲ ਹੀ ਤੁਹਾਨੂੰ ਮਲਮ ਪੱਟੀ ਕਰ ਜਾਇਆ ਕਰਨਗੇ। ਤੇ ਕਹਿਣ ਲੱਗੇ ਵੀ ਬੁਲਾਓ ਸੈਣ ਜੀ ਨੂੰ। ਸੈਣ ਜੀ ਨੂੰ ਬੁਲਾਇਆ ਗਿਆ। ਹੁਣ ਰਾਜੇ ਦਾ ਹੁਕਮ ਸੀ, ਨਹੀਂ ਸੀ ਮੋੜ ਸਕਦੇ। ਸੈਣ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹਾਂ ਰਾਜਨ,
मैं आप जी की मलम पट्टी भी करया करांगा ते वाहिगुरू की इबादत के नाल भी जोड़िया करांगा। ते भाई रोज़ाना ही जाना शुरू कर दिता। एक दिन की होया, भाई गुरदास जी कहते ने, सुन प्रताप कबीर दा दूजा सिख होया सैन नाई, प्रेम भगत राती करै। प्रेम दे नाल रात नूं परमेश्वर की भगती करते ने, बंदगी करते ने, आराधना करते ने, नाम सिमरन करते ने। प्रेम भगत राती करै, भलके राज द्वारै जाई। ते राजे दे द्वार नूं रात नूं जाके ते उन्हां दी कंठ दे विच होए होए फोड़े नूं मलम पट्टी करके आउंदे ने। रब दे दर घर दीआं गल्लां सुणाउंदे ने। राजे नूं नींद आ जांदी है ते अपने घर नूं वापस आ जांदे ने। आए संत प्राहुणे एक दिन राजे दे द्वार नूं जा रहे ने। अगों 5-7 महापुरखां दी मंडली मिलदी है। हथ जोड़ के राम रमैया करते ने। ते महापुरख पुछदे ने, सैन जी किधर नूं जा रहे हो? ते सैन जी कहंदे ने, मैं राज द्वार नूं जा रहा। ते महापुरख कहन लगे, तुसी राज द्वार नूं जा रहे हो, असीं तुहाडे द्वार नूं जा रहे हैं। हथ जोड़ के बेनती कर दित्ती, जे साडे द्वार नूं जा रहे हो तो आओ इत्थों ही मुड़ के घर नूं चलदे हां। उस वेले महापुरखां दी मंडली दा नाल मिल के अपनी कुल्ली वाल नूं, अपने गरीबड़े जे घर वाल नूं लैके महापुरखां नूं आ गए। इशनान पान कराया, प्रशादा छकाया। हुण जो महापुरखां दा काम हुंदा परमेश्वर दी आराधना करनी। भाई गुरदास जी बचन करते ने, आए संत प्राहुणे कीर्तन होवा रहन सबाई। घर दे विच आ गए, सारी रात कीर्तन करते रहे। ते अगला बचन है, छड्ड ना साकै संत जन, राज द्वार ना सेव कमाई। ते राजे दे द्वारे ते जाके सेवा नहीं कीती, राजे दी मलम पट्टी नहीं कीती। इत्थे किते साडे वर्गा हुंदा ना, किसे नौकरी ते लगा हुंदा, राजे दी नौकरी ते लगा हुंदा, ते कहंदा भी मैं की करना साधुआं नूं। साधुआं दी संगत दा फल वेखो, परमेश्वर दा घर है, बाबा बुढ़ा जी दा घर है। जिसने इस घर दा ओट आसरा लिया, उहदे सारे दुख भी कटे गए, रोग भी कटे गए, कलेश भी कटे गए। 5 गुरु साहिबानां नूं बाबा बुढ़ा साहब जी ने आप अपने हत्थीं तिलक दे के गुरगद्दी ते बिराजमान कीता है। अगों उन्हां दी 10वें पातशाह तक अंश बंश दे विचों गुरु ग्रंथ साहिब तक गुरगद्दी ते बिराजमान करते रहे ने। ते 5वें पातशाह महाराज दे महल माता गंगा जी, उन्हां नूं भी इसे दरबार दे विच पुत्तर दी दात मिली है। इसे दरबार दे विचों पुत्तर वास्ते इसे दरबार दे विच आउणा पिया, क्योंकि रब दा घर है, परमेश्वर दा घर है। ते गुरमुख प्यारिओ, इधर सैन नाई साडे वर्गा हुंदा ते कहंदा, छड्डो परां राजे दे अपनी नौकरी आपां क्यों गवाउणी है, साधुआं नूं छड्डीए। पर सैन नाई जी ने साधुआं नूं नहीं छड्डिया, राजे दे द्वार नहीं गए। इधर छड्ड ना साकै साध जन, राज द्वार ना सेव कमाई। सारी रात कीर्तन हुंदा रहा, भिन्नी रैनड़ी है चमकन तारे, जग है संत जना मेरे राम प्यारे। परमेश्वर की बंदगी दे विच जुड़े रहे, राजे दे दरबार की परवाह नहीं की, कंठ दा जिहड़ी मलम पट्टी करदे सी उहदी परवाह नहीं की। ते इधर सैन रूप हर जाए कह, आ जिहड़े तर्क करते हैं कई बारी भी रब जिहड़ा है वो किसी का रूप धारण करके आ नहीं सकता शरीर दे विच। ते भाई गुरदास जी विद्वान होए ने सिख धर्म दे, वो आप अपनी कलम द्वारा लिखते हैं, वारां दे विच कहंदे ने, सैन रूप हर जाए कह, आया राणे नूं रिझाई। सैन जी का रूप धारण किया आप वाहिगुरू अकाल पुरख ने, राजे दे दरबार दे विच पहुँच गए। इधर बंदगी हो रही है रब दी, ते उधर रब आप सैन जी का रूप धारण करके ते राजे की मलम पट्टी कर रहा। राजे नूं नहीं पता लगा कि अज मेरे घर रब आया है। यह है साधुआं दी संगत का फल। हुण ज्यों ही वाहिगुरू अकाल पुरख ने मलम पट्टी की, अपने दर घर दीआं गल्लां सुनाईयां, राजा सौ गया। अमृत वेला होया, जदों उठिया राजा, जिहड़ा गल दे विच फोड़ा सी, कंठ दे विच फोड़ा सी, उहदा ते नामो निशान ही मिट गया। ते होर भी जिहड़े कोई शरीर दे विच रोग सन, मेरा वैद गुरु गोविंदा, हर हर नाम औखद मुख देवै, काटै जम की फंदा दे मावा का अनुसार, वो रोग भी दूर हो गए।
ਤੇ ਗੁਰਮੁਖ ਜਨੋ ਅੱਜ ਵੀ ਹੋ ਰਹੇ ਨੇ ਵਾਸੂ ਭਾਰਦਵਾਜ ਵਰਗੇ ਜਿਨ੍ਹਾਂ ਨੂੰ ਕੈਂਸਰ ਦੇ ਰੋਗ ਸਨ, ਥੋੜ੍ਹਾ ਸਮਾਂ ਪਹਿਲਾਂ ਅੱਜ ਵੀ ਜਿਉਂਦੇ ਜਾਗਦੇ ਨੇ। ਉਹ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਲੈਟ ਨਿਕਲ ਕੇ ਮੱਥੇ 'ਚ ਟਕਰਾਈ ਹੈ, ਅੱਜ ਵੀ ਠੀਕ ਠਾਕ ਨੇ। ਸਾਡਾ ਵਿਸ਼ਵਾਸ ਹੋਣਾ ਚਾਹੀਦਾ, ਕਿਉਂਕਿ ਗੁਰ ਪਰਮੇਸ਼ਰ ਇਹ ਕੋ ਜਾਣੇ ਪਰਮੇਸ਼ਰ ਦਾ ਘਰ ਹੈ, ਰੱਬ ਦਾ ਘਰ ਹੈ, ਜਿੱਥੋਂ ਹਰ ਇੱਕ ਦਾਤ ਮਿਲਦੀ ਹੈ, ਤੰਦਰੁਸਤੀਆਂ ਦੀ ਦਾਤ ਮਿਲਦੀ ਹੈ। ਬਸ 2-3 ਮਿੰਟ ਦੇ ਵਿੱਚ ਮੈਂ ਸਮਾਪਤੀ ਕਰਾਂਗਾ। ਅਗਲਾ ਬਚਨ ਆਉਂਦਾ ਹੈ, ਕਹਿੰਦੇ ਨੇ ਸੈਨ ਰੂਪ ਹਰ ਜਾਏ ਕੈ ਆਇਆ ਰਾਣੇ ਨੂੰ ਰਿਝਾਈ। ਇੱਧਰ ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਸਾਧੂਆਂ ਨੂੰ ਵਿਦਾ ਕਰਕੇ ਰਾਜੇ ਦੇ ਦੁਆਰ ਦੇ ਵਿੱਚ ਸ਼ਰਮਿੰਦਾ ਮਾਰਿਆ ਗਿਆ ਹੋਇਆ, ਪਿਛਲੇ ਜਾ ਕੇ ਬੈਠ ਗਿਆ। ਤੇ ਰਾਣੇ ਦੂਰੋਂ ਸੱਦ ਕੇ ਰਾਜੇ ਨੇ ਆਖਿਆ ਵੀ ਸੈਨ ਜੀ ਨੂੰ ਸੱਦ ਕੇ ਲਿਆਓ। ਜਦੋਂ ਦੀ ਰਾਤ ਦੀ ਮਲਮ ਪੱਟੀ ਕਰਕੇ ਗਏ ਨੇ ਉਦੋਂ ਦਾ ਮੈਂ 9/9 ਹੋ ਗਿਆ, ਠੀਕ ਹੋ ਗਿਆ। ਰਾਣੇ ਦੂਰੋਂ ਸੱਦ ਕੇ ਹੁਣ ਸੈਨ ਜੀ ਆਉਂਦੇ ਨੇ ਵੀ ਖਲਕਤ ਵੀ ਬੜੀ ਬੁਲਾਈ ਹੋਈ ਹੈ, ਪਤਾ ਨਹੀਂ ਕੀ ਸਜ਼ਾ ਦੇਣਗੇ। ਤੇ ਇੱਧਰ ਜਾ ਕੇ 2 ਸਿਪਾਹੀਆਂ ਨੂੰ ਆਖਿਆ ਵੀ ਸਤਿਕਾਰ ਦੇ ਨਾਲ ਲੈ ਕੇ ਆਓ, ਸਿੰਘਾਸਨ ਸਜਾਇਆ ਹੋਇਆ। ਸੈਨ ਜੀ ਨੂੰ ਲਿਆਂਦਾ ਗਿਆ ਤੇ ਜਿਉਂ ਹੀ ਸੈਨ ਜੀ ਲਾਗੇ ਆਏ, ਘਬਰਾਏ ਹੋਏ ਸਨ। ਤੇ ਰਾਜਾ ਉੱਠਿਆ, ਕਹਿੰਦੇ ਨੇ ਰਾਣੇ ਦੂਰੋਂ ਸੱਦ ਕੇ ਗਲੋਂ ਕੁਆਏ ਖੋਲ ਪਹਿਨਾਈ। ਕੁਆਏ ਹੁੰਦੀ ਹੈ ਰਾਜੇ ਮਹਾਰਾਜਿਆਂ ਵਾਲੀ ਪੋਸ਼ਾਕ, ਸੈਨ ਜੀ ਨੂੰ ਪਹਿਨਾ ਦਿੱਤੀ। ਹੱਥ ਜੋੜ ਕੇ ਬੇਨਤੀ ਕੀਤੀ, ਇੱਥੇ ਤੁਸੀਂ ਬੈਠੋ ਰਾਜ ਸਿੰਘਾਸਨ 'ਤੇ। ਅੱਜ ਤੋਂ ਬਾਅਦ ਮੈਂ ਰਾਜ ਨਹੀਂ ਕਰਾਂਗਾ, ਅੱਜ ਤੋਂ ਬਾਅਦ ਸੈਨ ਜੀ ਰਾਜ ਆਪ ਜੀ ਕਰੋਗੇ ਤੇ ਮੈਂ ਰੱਬ ਦੀ ਬੰਦਗੀ ਕਰਾਂਗਾ। ਜਦੋਂ ਦੀ ਰਾਤ ਦੀ ਤੁਸੀਂ ਮੇਰੀ ਮਲਮ ਪੱਟੀ ਕਰਕੇ ਗਏ ਹੋ ਉਦੋਂ ਦਾ ਮੈਂ 9/9 ਹੋ ਗਿਆ, ਦੁੱਖ ਕੱਟੇ ਗਏ ਨੇ, ਫੋੜਾ ਮਿਟ ਗਿਆ ਹੈ। ਤੇ ਸੈਨ ਜੀ ਕਹਿੰਦੇ ਨੇ ਮੈਂ ਤੇ ਆਇਆ ਹੀ ਨਹੀਂ। ਰਾਣੇ ਦੂਰੋਂ ਸੱਦ ਕੇ ਗਲੋਂ ਕੁਆਏ ਖੋਲ ਪਹਿਨਾਈ। ਵਸ ਕੀਤਾ ਹੁਣ ਤੁਧ ਅੱਜ ਬੋਲੇ ਰਾਡਾ ਸੁਣਿਆ ਲਕਾਈ। ਅੱਜ ਮੈਨੂੰ ਤੁਸੀਂ ਵਸ ਦੇ ਵਿੱਚ ਕਰ ਲਿਆ ਹੈ, ਮੇਰੀ ਮਲਮ ਮੇਰਾ ਰੋਗ ਦੁੱਖ ਦੂਰ ਕਰਕੇ, ਤੇ ਮੈਂ ਅੱਜ ਤੋਂ ਬਾਅਦ ਤੁਹਾਡੇ ਚਰਨਾਂ ਦੇ ਵਿੱਚ ਝੁਕਦਾ ਰਵਾਂਗਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਪ੍ਰਗਟ ਕਰੈ ਭਗਤ ਵਡਿਆਈ। ਇਸ ਤਰ੍ਹਾਂ ਭਗਤਾਂ ਦੀ ਵਡਿਆਈ ਨੂੰ ਪ੍ਰਗਟ ਕਰਦੇ ਨੇ। ਉੱਥੇ ਸੈਨ ਨਾਈ ਜੀ ਦੀ ਜੈ ਜੈਕਾਰ ਹੋ ਜਾਂਦੀ ਹੈ। ਇਹ ਹੈ ਤੀਸਰੇ ਭਗਤ ਦੀ ਗੱਲ। 2 ਭਗਤ ਅੱਗੇ ਭਗਤ ਰਵਿਦਾਸ ਜੀ ਨੂੰ ਕਹਿੰਦੇ ਨੇ ਦੁਨੀਆਦਾਰ ਲੋਕ ਕਹਿੰਦੇ ਨੇ ਮਰੇ ਡੰਗਰ ਢੋਣ ਵਾਲਾ ਹੈ, ਲੋਕਾਂ ਦੀਆਂ ਜੁੱਤੀਆਂ ਗੰਢਣ ਵਾਲਾ ਹੈ। ਤੇ 5ਵੇਂ ਪਾਤਸ਼ਾਹ ਨੂੰ ਜਦੋਂ ਪੁੱਛਿਆ ਗਿਆ, ਮਹਾਰਾਜ ਨੇ ਆਖਿਆ ਨਹੀਂ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਜਦੋਂ ਦਾ ਸਤ ਸੰਗਤ ਕਰਨ ਲੱਗ ਪਏ ਨੇ, ਹਰੀ ਦਾ ਦਰਸ਼ਨ ਸਾਧ ਸੰਗਤ ਦੇ ਵਿੱਚੋਂ ਹੀ ਪਾ ਲਿਆ। ਅੱਜ ਰਵਿਦਾਸ ਚਮਾਰ ਨਹੀਂ ਰਿਹਾ, ਅੱਜ ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਚੜ੍ਹ ਗਿਆ। ਅਗਲਾ ਬਚਨ ਹੈ, ਇਹ ਬਿੱਧ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਮਿਲੈ ਪ੍ਰਤੱਖ ਗੋਸਾਈਆਂ ਧੰਨਾ ਵਡਭਾਗਾ। ਇਹਨਾਂ ਸਾਰਿਆਂ ਭਗਤਾਂ ਦੀ ਬਿੱਧ ਨੂੰ ਸੁਣ ਕੇ ਧੰਨੇ ਜੱਟ ਨੇ ਵੀ ਇਬਾਦਤ ਕਰਨੀ ਸ਼ੁਰੂ ਕਰ ਦਿੱਤੀ ਤੇ ਵਾਹਿਗੁਰੂ ਅਕਾਲ ਪੁਰਖ ਦੇ ਦਰ 'ਤੇ ਪ੍ਰਵਾਨ ਚੜ੍ਹ ਗਏ। ਸਾਖੀ ਤੇ ਫਿਰ ਅੱਗੇ ਵੀ ਬੜੀ ਲੰਮੀ ਚੌੜੀ ਆ, ਬਾਣੀ ਦੇ ਵਿੱਚੋਂ ਹੀ। ਸਮਾਂ ਸਮਾਪਤ ਹੈ। ਜਿਹੜਾ ਮਨੁੱਖ ਸਮੇਂ ਦੀ ਕਦਰ ਨਹੀਂ ਨਾ ਕਰਦਾ, ਸਮਾਂ ਉਹਦੀ ਵੀ ਕਦਰ ਨਹੀਂ ਕਰਦਾ। ਮਹਾਂਪੁਰਖਾਂ ਦਾ ਧੰਨਵਾਦ ਹੈ, ਬਾਬਾ ਰਿਸ਼ਪਾਲ ਸਿੰਘ ਜੀ ਦਾ, ਬੀਬਾ ਜਸਵਿੰਦਰ ਕੌਰ ਜੀ ਦਾ, ਜਿਨ੍ਹਾਂ ਨੇ ਸਰਾਧਾਂ ਦੀ ਚੌਥ ਬਾਬਾ ਬੁੱਢਾ ਸਾਹਿਬ ਜੀ ਦੀ ਬਰਸੀ ਦੇ ਸੰਬੰਧ ਦੇ ਵਿੱਚ ਦਾਸ ਨੂੰ ਇਸੇ ਦਰਬਾਰ ਦੇ ਵਿੱਚ, ਆਪਾਂ ਇਸੇ ਦਰਬਾਰ ਦੇ ਵਿਦਿਆਰਥੀ ਹਾਂ, ਸਮਾਂ ਦੇ ਕੇ ਨਿਵਾਜਿਆ ਹੈ। ਧੰਨਵਾਦ ਕਰਾਂਗਾ ਸਾਰਿਆਂ ਦਾ, ਸਾਰੇ ਸਟਾਫ ਦਾ। ਸੋ ਇੰਨੇ ਕੁ ਬਚਨ ਪ੍ਰਵਾਨ ਕਰਿਓ। ਬੋਲਦਿਆਂ ਹਾਂ ਕੋਈ ਵੱਧ ਘੱਟ ਲਫ਼ਜ਼ ਨਿਕਲ ਗਿਆ ਹੋਵੇ ਮਾफ़ ਕਰ ਦਿਓ। ਗੁਰੂ ਕੇ ਬਚਨ ਜਾਣ ਕੇ ਹਿਰਦੇ 'ਚ ਵਸਾਇਓ, ਤਾਂ ਕਿ ਮੇਰਾ ਤੁਹਾਡਾ ਸਮਾਂ ਸਤਿਗੁਰਾਂ ਦੇ ਲੇਖੇ 'ਚ ਪੈ ਜੇ, ਸਾਡਾ ਸਾਰਿਆਂ ਦਾ ਭਲਾ ਹੋ ਜੇ। ਆਓ ਸਾਰੇ ਜਣੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।